ਮੇਰੀ ਪੜ੍ਹਾਈ ਪੂਰੇ ਹੁੰਦੇ ਹੀ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਫਿਕਰ ਲੱਗ ਗਈ। ਮੇਰਾ ਰਿਸ਼ਤਾ ਗੈਰਾਂ ਵਿੱਚ ਕਰ ਦਿੱਤਾ। ਉਹ ਕਹਿਣ ਨੂੰ ਤਾਂ ਗੈਰ ਸਨ, ਪਰ ਆਪਣਿਆਂ ਤੋਂ ਵੀ ਜ਼ਿਆਦਾ ਆਪਣੇ ਨਿਕਲੇ। ਸਾਡੇ ਪਾਸਿਓਂ ਤਾਂ ਵਿਆਹ ਦੀ ਕੋਈ ਖਾਸ ਤਿਆਰੀ ਨਹੀਂ ਸੀ। ਮੇਰੇ 3 ਭਰਾ ਸੀ, ਪਰ ਉਹ ਸਿਰਫ ਉਨਾ ਹੀ ਕਮਾਉਂਦੇ ਜਿੰਨਾ ਆਪਣੇ ਬੀਵੀ ਬੱਚਿਆਂ ਨੂੰ ਖਵਾ ਸਕਦੇ। ਇਸ ਲਈ ਮੇਰੀ ਮਾਂ ਨੂੰ ਸ਼ਾਇਦ ਮੇਰੇ ਵਿਆਹ ਦੀ ਜ਼ਿਆਦਾ ਫਿਕਰ ਸੀ। ਉਹ ਹਮੇਸ਼ਾ ਕਹਿੰਦੀ ਕਿ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਤੇਰਾ ਫਰਜ਼ ਅਦਾ ਕਰ ਦੇਵਾਂ, ਉਨਾ ਹੀ ਚੰਗਾ ਹੈ। ਹਜੇ ਤਾਂ ਮੈਂ ਬੈਠੀ ਹਾਂ, ਮੇਰੀ ਜਾਨ ਤੋਂ ਬਾਅਦ ਤੇਰਾ ਕੀ ਹੋਵੇਗਾ। ਅਸੀਂ ਵਿਆਹ ਦੀਆਂ ਰਸਮਾਂ ਸਾਦਗੀ ਨਾਲ ਕੀਤੀਆਂ। ਜਦੋਂ ਕਿ ਉਹਨਾਂ ਨੇ ਬੜੀ ਧੂਮਧਾਮ ਨਾਲ ਵਿਆਹ ਕੀਤਾ, ਮੈਂ ਬਹੁਤ ਖੁਸ਼ ਸੀ, ਕਿਉਂਕਿ ਮੇਰਾ ਪਤੀ ਰਮਨ ਦੇਖਣ ਵਿੱਚ ਬਹੁਤ ਸੋਹਣਾ ਸੀ। ਪਰ ਮੈਨੂੰ ਡਰ ਸੀ ਕਿ ਕਿਤੇ ਮੇਰੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ, ਕਿਉਂਕਿ ਜਿਸ ਇਨਸਾਨ ਨੂੰ ਕਦੇ-ਕਦੇ ਖੁਸ਼ੀ ਮਿਲਦੀ ਹੋਵੇ ਉਹ ਵੀ ਘੱਟ ਹੀ ਰਾਸ ਆਉਂਦੀ ਹੈ। ਖੈਰ, ਇਸ ਖੁਸ਼ੀ ਤੇ ਡਰ ਵਿੱਚ ਮੇਰੀ ਵਿਦਾਈ ਹੋ ਗਈ। ਮੈਂ ਸਸੁਰਾਲ ਪਹੁੰਚੀ ਤੇ ਕਮਰੇ ਵਿੱਚ ਬੈਠੀ ਰਮਨ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦਿਨ ਹੀ ਮੇਰੇ ਜੇਠ ਜਠਾਣੀ ਦਾ ਵੀ ਵਿਆਹ ਹੋਇਆ ਸੀ। ਥੋੜੀ ਦੇਰ ਬਾਅਦ ਰਮਨ ਕਮਰੇ ਵਿੱਚ ਆਇਆ। ਉਸਨੇ ਮੂੰਹ ਦਿਖਾਈ ਵਿੱਚ ਮੈਨੂੰ ਸੋਨੇ ਦੀ ਅੰਗੂਠੀ ਦਿੱਤੀ। ਸਵੇਰ ਵੇਲੇ ਮੈਂ ਜਦੋਂ ਆਪਣੀ ਜਠਾਣੀ ਨੂੰ ਦੇਖਿਆ ਤਾਂ ਉਹ ਮੈਨੂੰ ਕਾਫੀ ਚੁਸਤ ਚਲਾਕ ਜਿਹੀ ਲੱਗੀ। ਉਸ ਦਾ ਵੀ ਇਸ ਘਰ ਵਿੱਚ ਪਹਿਲਾ ਹੀ ਦਿਨ ਸੀ, ਪਰ ਉਸ ਦੇ ਤੇਵਰ ਕੁਝ ਅਲੱਗ ਹੀ ਸਨ। ਉਹ ਮੈਨੂੰ ਆਪਣੀ ਤਿੱਖੀ ਨਜ਼ਰ ਨਾਲ ਘੂਰ ਰਹੀ ਸੀ, ਨਾ ਜਾਣੋ ਕੀ ਸੋਚ ਰਹੀ ਸੀ। ਖੈਰ, ਮੈਂ ਤਾਂ ਬਹੁਤ ਖੁਸ਼ ਸੀ। ਮੈਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ ਸੀ। ਮੇਰੀ ਮਾਂ ਵੀ ਬਹੁਤ ਖੁਸ਼ ਸੀ, ਪਰ ਕੁਝ ਹੀ ਦਿਨਾਂ ਵਿੱਚ ਸਾਡੀ ਖੁਸ਼ੀ ਨੂੰ ਨਜ਼ਰ ਲੱਗ ਗਈ। ਵਿਆਹ ਨੂੰ ਹਜੇ 1 ਹਫ਼ਤਾ ਹੀ ਹੋਇਆ ਸੀ ਕਿ ਰਮਨ ਗੱਲ ਕਰਦੇ ਕਰਦੇ ਅਚਾਨਕ ਬੇਹੋਸ਼ ਹੋ ਗਏ। ਮੇਰੀ ਤਾਂ ਚੀਕ ਨਿਕਲ ਗਈ। ਮੇਰੀ ਆਵਾਜ਼ ਸੁਣ ਕੇ ਬਾਕੀ ਲੋਕ ਵੀ ਆ ਗਏ। ਫਿਰ ਜਲਦੀ ਨਾਲ ਰਮਨ ਨੂੰ ਹਸਪਤਾਲ ਲਿਜਾਇਆ ਗਿਆ। ਫਿਰ ਅੱਧੇ ਘੰਟੇ ਬਾਅਦ ਰਮਨ ਨੂੰ ਹੋਸ਼ ਆਇਆ ਤਾਂ ਮੇਰੀ ਜਾਨ ਵਿੱਚ ਜਾਨ ਆਈ। ਉਸ ਨੂੰ ਘਰ ਲਿਆਂਦਾ ਗਿਆ। ਮੈਂ ਸਾਰੀ ਰਾਤ ਉਸ ਦੀ ਦੇਖਭਾਲ ਕਰਦੀ ਰਹੀ। ਅਗਲੀ ਸਵੇਰ ਮੈਂ ਰਮਨ ਨੂੰ ਜਗਾਇਆ, ਕਿਉਂਕਿ ਮਨ ਵਿੱਚ ਡਰ ਬੈਠ ਗਿਆ ਸੀ। ਪਰ ਉੱਠਣ ਸਾਰੀ ਰਮਨ ਦੇ ਸਿਰ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਮੈਂ ਉਸਦਾ ਸਿਰ ਦਬਾਉਣ ਹੀ ਲੱਗੀ ਸੀ ਕਿ ਫਿਰ ਉਹ ਬੇਹੋਸ਼ ਹੋ ਗਿਆ। ਮੈਂ ਸਭ ਨੂੰ ਬੁਲਾਇਆ। ਰਮਨ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ। ਮੈਂ ਵੀ ਨਾਲ ਜਾਣਾ ਚਾਹੁੰਦੀ ਸੀ, ਪਰ ਕੋਈ ਮੈਨੂੰ ਨਾਲ ਨਾ ਲੈ ਕੇ ਗਿਆ। ਮੇਰੀ ਸੱਸ ਕਹਿਣ ਲੱਗੀ ਕਿ ਔਰਤਾਂ ਦਾ ਉੱਥੇ ਕੀ ਕੰਮ। ਮੈਂ ਕਮਰੇ ਵਿੱਚ ਆ ਕੇ ਰੋਣ ਲੱਗੀ। ਇੱਕ ਤਾਂ ਰਮਨ ਦੀ ਇਹ ਹਾਲਤ ਤੇ ਉੱਤੋਂ ਸੱਸ ਦਾ ਅਜਿਹਾ ਵਿਵਹਾਰ। ਮੈਂ ਆਪਣੀ ਮਾਂ ਨੂੰ ਰਮਨ ਦੀ ਹਾਲਤ ਬਾਰੇ ਕੁਝ ਨਾ ਦੱਸਿਆ, ਕਿਉਂਕਿ ਉਸਨੇ ਬਹੁਤ ਦੁਖੀ ਹੋ ਜਾਣਾ ਸੀ। ਥੋੜੀ ਦੇਰ ਬਾਅਦ ਜੇਠ ਨੇ ਫੋਨ ਤੇ ਦੱਸਿਆ ਕਿ ਰਮਨ ਨੂੰ ਹੋਸ਼ ਆ ਗਿਆ ਹੈ, ਪਰ ਕੁਝ ਟੈਸਟ ਕਰਵਾਉਣੇ ਪੈਣਗੇ, ਇਸ ਲਈ ਹਸਪਤਾਲ ਵਿੱਚ ਟਾਈਮ ਲੱਗੇਗਾ। ਮੈਨੂੰ ਰਮਨ ਦੀ ਬਹੁਤ ਫਿਕਰ ਹੋ ਰਹੀ ਸੀ। ਮੈਂ ਪਰੇਸ਼ਾਨ ਹੋ ਕੇ ਆਪਣੀ ਮਾਂ ਨੂੰ ਫੋਨ ਕਰ ਦਿੱਤਾ ਤੇ ਸਾਰੀ ਗੱਲ ਦੱਸੀ। ਫਿਰ ਸਸੁਰਾਲ ਵਾਲਿਆਂ ਨੇ ਵੀ ਕਹਿਣਾ ਸੀ ਕਿ ਰਮਨ ਦੀ ਖਬਰ ਲੈਣ ਕੋਈ ਨਹੀਂ ਪਹੁੰਚਿਆ। ਮੇਰੀ ਗੱਲ ਸੁਣ ਕੇ ਮੇਰੀ ਮਾਂ ਰੋਣ ਲੱਗੀ। ਰਾਤ ਦੇ 11 ਵਜੇ ਰਮਨ ਨੂੰ ਘਰ ਵਾਪਸ ਲਿਆਂਦਾ ਗਿਆ, ਪਰ ਉਹ ਸਾਰੇ ਬਹੁਤ ਪਰੇਸ਼ਾਨ ਸਨ। ਮੈਂ ਰਿਪੋਰਟ ਬਾਰੇ ਪੁੱਛਿਆ ਤਾਂ ਕਹਿਣ ਲੱਗੇ ਕਿ 2 ਦਿਨ ਤੱਕ ਆਵੇਗੀ, ਪਰ ਡਾਕਟਰ ਨੇ ਕਿਹਾ ਹੈ ਕਿ ਕੁਝ ਸੀਰੀਅਸ ਹੈ। ਇਹ ਸੁਣਦੇ ਹੀ ਮੇਰੀ ਜਠਾਣੀ ਬੋਲੀ ਕਿ ਕੁਝ ਲੋਕਾਂ ਦੇ ਕਦਮ ਹੀ ਮਨਹੂਸ ਹੁੰਦੇ ਹਨ। ਖੈਰ, ਮੈਂ ਸੁਣ ਕੇ ਸਬਰ ਦਾ ਕੌੜਾ ਘੁੱਟ ਪੀ ਲਿਆ। ਮੈਨੂੰ ਸਿਰਫ ਰਮਨ ਦੀ ਫਿਕਰ ਸੀ। ਅਗਲੇ ਦਿਨ ਮੇਰੀ ਮਾਂ ਵੀ ਦੁਖੀ ਮਨ ਨਾਲ ਰਮਨ ਨੂੰ ਮਿਲਣ ਪਹੁੰਚੀ। ਗੱਲਾਂ ਵਿੱਚ ਮੇਰੀ ਸੱਸ ਨੇ ਮੇਰੀ ਮਾਂ ਸਾਹਮਣੇ ਮੈਨੂੰ ਮਨਹੂਸ ਕਹਿ ਦਿੱਤਾ। ਮੇਰੀ ਮਾਂ ਬੋਝਲ ਮਨ ਲੈ ਕੇ ਉੱਥੋਂ ਚਲੀ ਗਈ। 2 ਦਿਨ ਬਹੁਤ ਮੁਸ਼ਕਿਲ ਨਾਲ ਬੀਤੇ। ਮੈਂ ਰੱਬ ਅੱਗੇ ਅਰਦਾਸ ਕਰਦੀ ਰਹੀ ਕਿ ਰਿਪੋਰਟ ਬਿਲਕੁਲ ਠੀਕ ਆਵੇ, ਪਰ ਰਿਪੋਰਟ ਵਿੱਚ ਪਤਾ ਚੱਲਿਆ ਕਿ ਰਮਨ ਨੂੰ ਬ੍ਰੇਨ ਟਿਊਮਰ ਸੀ। ਇਹ ਸੁਣ ਕੇ ਤਾਂ ਜਿਵੇਂ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ। ਮੈਨੂੰ ਲੱਗ ਰਿਹਾ ਸੀ ਕਿ ਸਭ ਮੇਰੇ ਕਰਕੇ ਹੋਇਆ ਹੈ। ਰਮਨ ਦੀ ਹਾਲਤ ਦਿਨ ਬ ਦਿਨ ਵਿਗੜਦੀ ਜਾ ਰਹੀ ਸੀ। ਡਾਕਟਰ ਨੇ ਕਿਹਾ ਕਿ ਟਿਊਮਰ ਆਪਰੇਸ਼ਨ ਨਾਲ ਨਿਕਲ ਤਾਂ ਸਕਦਾ ਹੈ, ਪਰ ਇਸ ਨਾਲ ਰਮਨ ਦੀ ਜਾਇਦਾਦ ਜਾ ਸਕਦੀ ਹੈ ਜਾਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਆਪਰੇਸ਼ਨ ਤੋਂ ਬਾਅਦ ਕੋਈ ਵੀ ਮਸਲਾ ਸਾਹਮਣੇ ਆ ਸਕਦਾ ਹੈ। ਆਪਰੇਸ਼ਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਇਸੇ ਦੌਰਾਨ ਮੈਨੂੰ ਮੇਰੀ ਤਬੀਅਤ ਵੀ ਥੋੜੀ ਠੀਕ ਨਹੀਂ ਲੱਗ ਰਹੀ ਸੀ। ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਪ੍ਰੈਗਨੈਂਟ ਹਾਂ, ਪਰ ਰਮਨ ਦੇ ਆਪਰੇਸ਼ਨ ਕਰਕੇ ਮੈਂ ਡਾਕਟਰ ਨੂੰ ਵੀ ਨਾ ਦਿਖਾ ਸਕੀ, ਇਸ ਲਈ ਮੈਂ ਖਾਮੋਸ਼ ਰਹੀ। ਆਪਰੇਸ਼ਨ ਕਾਮਯਾਬ ਰਹਾ, ਪਰ ਜਦੋਂ ਰਮਨ ਨੂੰ ਹੋਸ਼ ਆਇਆ ਤਾਂ ਉਹ ਠੀਕ ਤਰ੍ਹਾਂ ਬੋਲ ਨਹੀਂ ਪਾ ਰਿਹਾ ਸੀ। ਡਾਕਟਰ ਨੇ ਕਿਹਾ ਕਿ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਮਾਂ ਲੱਗੇਗਾ, ਤੁਹਾਨੂੰ ਸਬਰ ਰੱਖਣਾ ਪਵੇਗਾ। ਮੈਂ ਰੱਬ ਦਾ ਧੰਨਵਾਦ ਕੀਤਾ। ਰਮਨ ਕੋਲ ਬੈਠ ਕੇ ਗੱਲਾਂ ਕੀਤੀਆਂ।
ਜਦੋਂ ਮੇਰੀ ਮਾਂ ਤੇ ਭਰਾ ਰਮਨ ਦੀ ਖਬਰ ਲੈਣ ਨੂੰ ਆਏ ਤਾਂ ਨਾ ਜਾਣੇ ਮੇਰੀ ਸੱਸ ਨੂੰ ਕੀ ਹੋ ਗਿਆ। ਉਹ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਤੁਸੀਂ ਆਪਣੀ ਕੁੜੀ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲੈ ਜਾਓ। ਮੈਂ ਉਸ ਦੀ ਗੱਲ ਸਮਝ ਨਹੀਂ ਪਾਈ। ਮੇਰੀ ਮਾਂ ਦੀ ਵੀ ਹਿੰਮਤ ਨਾ ਹੋਈ ਮੁੜ ਕੇ ਕੁਝ ਪੁੱਛਣ ਦੀ। ਮੈਂ ਸੱਸ ਦੇ ਇਸ ਗਲਤ ਫੈਸਲੇ ਤੇ ਹੈਰਾਨ ਸੀ, ਕਿਉਂਕਿ ਰਮਨ ਨੂੰ ਇਸ ਹਾਲਤ ਵਿੱਚ ਛੱਡ ਕੇ ਕਿਵੇਂ ਜਾ ਸਕਦੀ ਸੀ। ਪਰ ਮੇਰਾ ਭਰਾ ਗੁੱਸੇ ਵਿੱਚ ਜ਼ਬਰਦਸਤੀ ਮੈਨੂੰ ਉੱਥੋਂ ਲੈ ਆਇਆ। ਮੈਨੂੰ ਰਮਨ ਨੂੰ ਵੀ ਨਾ ਮਿਲਣ ਦਿੱਤਾ ਗਿਆ। ਮੈਂ ਪੇਕੇ ਘਰ ਆ ਤਾਂ ਗਈ, ਪਰ ਮੈਨੂੰ ਕਿੱਥੇ ਚੈਨ ਸੀ। ਮੈਂ ਰਮਨ ਨੂੰ ਕਈ ਵਾਰੀ ਫੋਨ ਕੀਤਾ ਪਰ ਉਸਨੇ ਫੋਨ ਨਾ ਚੁੱਕਿਆ। ਡਾਕਟਰ ਨੇ ਮਨਾ ਕੀਤਾ ਸੀ। ਮੈਂ ਬਹੁਤ ਮੁਸ਼ਕਿਲ ਨਾਲ ਪੇਕੇ ਘਰ ਦਿਨ ਕੱਢੇ। ਫਿਰ ਇੱਕ ਦਿਨ ਮਾਂ ਨੂੰ ਜਿੱਦ ਕਰਕੇ ਕਿਹਾ ਕਿ ਮੈਂ ਰਮਨ ਕੋਲ ਵਾਪਸ ਜਾਣਾ ਹੈ। ਮੇਰੀ ਮਾਂ ਕਹਿਣ ਲੱਗੀ ਕਿ ਤੇਰੀ ਸੱਸ ਤੈਨੂੰ ਮਨਹੂਸ ਸਮਝਦੀ ਹੈ, ਇਸ ਲਈ ਤੈਨੂੰ ਇੱਥੇ ਭੇਜਿਆ ਹੈ ਤਾਂ ਕਿ ਉਹ ਆਪਣੇ ਬੇਟੇ ਦਾ ਇਲਾਜ ਕਰਵਾ ਸਕੇ। ਜੇ ਤੂੰ ਇਸ ਦੌਰਾਨ ਉੱਥੇ ਚਲੀ ਗਈ ਤੇ ਰਮਨ ਨੂੰ ਕੁਝ ਹੋ ਗਿਆ ਤਾਂ ਉਹ ਤੇਰਾ ਜਿਉਣਾ ਹਰਾਮ ਕਰ ਦੇਣਗੇ। ਮੈਨੂੰ ਲੱਗ ਰਿਹਾ ਸੀ ਕਿ ਸਾਰੇ ਮੇਰੇ ਖਿਲਾਫ ਹੋ ਗਏ ਹਨ, ਇੱਥੋਂ ਤੱਕ ਕਿ ਮੇਰੀ ਮਾਂ ਵੀ। ਮੈਂ ਮਜਬੂਰ ਹੋ ਕੇ ਆਪਣੇ ਸਹੁਰੇ ਨੂੰ ਫੋਨ ਕੀਤਾ। ਪਹਿਲਾਂ ਤਾਂ ਉਸਨੇ 2-3 ਵਾਰ ਚੁੱਕਿਆ ਨਹੀਂ, ਫਿਰ ਫੋਨ ਚੁੱਕਣ ਸਾਰੇ ਹੀ ਬੋਲੇ, ਹੁਣ ਕੀ ਚਾਹੀਦਾ ਹੈ ਤੈਨੂੰ? ਰਮਨ ਇਸ ਦੁਨੀਆ ਵਿੱਚ ਨਹੀਂ ਰਹਾ। ਇਹ ਸੁਣਦੇ ਹੀ ਮੇਰੇ ਹੋਸ਼ ਉੱਡ ਗਏ। ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅੱਗੋਂ ਕੀ ਬੋਲਾਂ। ਮੈਂ ਉਹਨਾਂ ਨੂੰ ਇੰਨਾ ਹੀ ਪੁੱਛਿਆ ਕਿ ਸਭ ਕਦੋਂ ਹੋਇਆ, ਪਰ ਉਹਨਾਂ ਨੇ ਫੋਨ ਕੱਟ ਦਿੱਤਾ। ਉਸ ਤੋਂ ਬਾਅਦ ਕਦੇ ਮੇਰਾ ਫੋਨ ਨਾ ਚੁੱਕਿਆ। ਜਦੋਂ ਮੈਂ ਆਪਣੇ ਘਰ ਦੱਸਿਆ ਤਾਂ ਘਰ ਵਿੱਚ ਮਾਤਮ ਛਾ ਗਿਆ। ਮੇਰੇ ਘਰਦਿਆਂ ਨੂੰ ਮੇਰੇ ਤੋਂ ਜ਼ਿਆਦਾ ਦੁੱਖ ਸੀ, ਕਿਉਂਕਿ ਹੁਣ ਉਹ ਵੀ ਮੈਨੂੰ ਮਨਹੂਸ ਸਮਝਣ ਲੱਗੇ ਸਨ। ਮੈਂ ਮਾਂ ਨਾਲ ਸਸੁਰਾਲ ਗਈ, ਪਰ ਉੱਥੇ ਤਾਂ ਤਾਲਾ ਲੱਗਿਆ ਹੋਇਆ ਸੀ। ਮੈਂ ਤਾਂ ਆਪ ਗੁਆਂਢ ਵਿੱਚ ਵੀ ਕਿਸੇ ਨੂੰ ਨਹੀਂ ਜਾਣਦੀ ਸੀ। ਖੈਰ, ਮੇਰੀ ਮਾਂ ਨੇ ਗੁਆਂਢ ਵਿੱਚ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਉਹ ਘਰ ਛੱਡ ਕੇ ਚਲੇ ਗਏ। ਜਦੋਂ ਮਾਂ ਨੇ ਰਮਨ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਉਸ ਬਾਰੇ ਸਾਨੂੰ ਤਾਂ ਕੁਝ ਨਹੀਂ ਪਤਾ। ਅਸੀਂ ਥੱਕ ਹਾਰ ਕੇ ਘਰ ਵਾਪਸ ਆ ਗਈਆਂ। ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ। ਨਰਸ ਨੂੰ ਦਿਖਾਇਆ ਤਾਂ ਉਸਨੇ ਪੱਕਾ ਕਰ ਦਿੱਤਾ ਕਿ ਮੈਂ ਪ੍ਰੈਗਨੈਂਟ ਹਾਂ। ਮੇਰੀ ਮਾਂ ਇਹ ਸੁਣ ਕੇ ਖੁਸ਼ ਸੀ, ਪਰ ਮੇਰੀਆਂ ਭਰਜਾਈਆਂ ਨੂੰ ਕੋਈ ਖੁਸ਼ੀ ਨਹੀਂ ਹੋਈ। ਉਹ ਤਾਂ ਦੁਖੀ ਸਨ ਕਿ ਇੱਕ ਹੋਰ ਜ਼ਿੰਮੇਵਾਰੀ ਵੱਧ ਜਾਵੇਗੀ। ਸਭ ਮੇਰੇ ਬੱਚੇ ਨੂੰ ਬੋਝ ਸਮਝਦੇ ਸਨ। ਸਮਾਂ ਗੁਜ਼ਰਦਾ ਗਿਆ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਉਹ ਬਿਲਕੁਲ ਰਮਨ ਵਰਗਾ ਦਿਖਦਾ ਸੀ। ਉਸ ਨੂੰ ਦੇਖ ਕੇ ਮੈਂ ਰਮਨ ਨੂੰ ਯਾਦ ਕਰਨ ਲੱਗੀ। ਮੇਰੇ ਭਰਾ ਮੇਰੀ ਮਾਂ ਨੂੰ ਕਹਿਣ ਲੱਗੇ ਕਿ ਇਸ ਦਾ ਵਿਆਹ ਕਿਤੇ ਹੋਰ ਕਰ ਦੇਣਾ ਚਾਹੀਦਾ ਹੈ, ਪਰ ਮੈਂ ਰਮਨ ਨੂੰ ਭੁੱਲ ਨਹੀਂ ਪਾਈ ਸੀ। ਦਿਲ ਵਿੱਚ ਕਦੇ ਉਮੀਦ ਸੀ ਕਿ ਉਹ ਘਰ ਵਾਪਸ ਜ਼ਰੂਰ ਆਵੇਗਾ, ਕਿਉਂਕਿ ਮੈਂ ਉਸ ਨੂੰ ਮਰੇ ਹੋਏ ਨਹੀਂ ਦੇਖਿਆ ਸੀ। ਮੇਰੀ ਮਾਂ ਮੈਨੂੰ ਵਿਆਹ ਕਰਾਉਣ ਵਾਸਤੇ ਕਹਿਣ ਲੱਗੀ ਤਾਂ ਮੈਂ ਉਸ ਨੂੰ ਕਿਹਾ ਕਿ ਕੋਈ ਨੌਕਰੀ ਕਰ ਲਵਾਂਗੀ ਤੇ ਆਪਣੀ ਬੇਟੀ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਲਵਾਂਗੀ। ਸਮਾਂ ਬੀਤਿਆ। ਮੈਂ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਬੇਟੇ ਨੂੰ ਕਈ ਵਾਰ ਲੈ ਜਾਂਦੀ। ਮੇਰੇ ਭਰਾ ਦੀ ਟ੍ਰਾਂਸਫਰ ਦੂਜੇ ਸ਼ਹਿਰ ਹੋ ਗਈ, ਇਸ ਲਈ ਮੈਂ ਵੀ ਉਹਨਾਂ ਨਾਲ ਹੀ ਚਲੀ ਗਈ। ਮੇਰੀ ਕਿਹੜਾ ਸਰਕਾਰੀ ਨੌਕਰੀ ਸੀ। ਮੈਂ ਉੱਥੇ ਵੀ ਸਕੂਲ ਵਿੱਚ ਪੜ੍ਹਾਉਣ ਲੱਗੀ। ਉੱਥੇ ਇੱਕ ਮੈਡਮ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ। ਮੈਂ ਉਸ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਸ ਨੂੰ ਮੇਰੇ ਨਾਲ ਹਮਦਰਦੀ ਹੋ ਗਈ। ਉਹ ਮੇਰੇ ਬੇਟੇ ਦਾ ਵੀ ਬੜਾ ਮੋਹ ਕਰਦੀ ਸੀ। ਹੁਣ ਮੇਰਾ ਬੇਟਾ 4th ਕਲਾਸ ਵਿੱਚ ਪੜ੍ਹਦਾ ਸੀ, ਪਰ ਮੈਨੂੰ ਰਮਨ ਦੀ ਯਾਦ ਹਮੇਸ਼ਾ ਆਉਂਦੀ। ਮੈਨੂੰ ਮੇਰੀ ਦੋਸਤ ਮੈਡਮ ਵੀ ਦੂਜੇ ਵਿਆਹ ਦਾ ਮਸ਼ਵਰਾ ਦਿੰਦੀ ਸੀ, ਪਰ ਮੇਰਾ ਮਨ ਨਾ ਮੰਨਦਾ। ਇੱਕ ਦਿਨ ਉਸ ਮੈਡਮ ਨੇ ਮੈਨੂੰ ਕਾਰਡ ਦਿੰਦੇ ਹੋਏ ਕਿਹਾ ਕਿ ਮੇਰੀ ਬੇਟੀ ਦੇ ਵਿਆਹ 'ਤੇ ਜ਼ਰੂਰ ਪਹੁੰਚਣਾ, ਕਿਉਂਕਿ ਉਹ ਮੇਰੀ ਬਹੁਤ ਚੰਗੀ ਦੋਸਤ ਬਣ ਚੁੱਕੀ ਸੀ। ਜਦੋਂ ਮੈਂ ਵਿਆਹ 'ਤੇ ਪਹੁੰਚੀ ਤਾਂ ਮੈਂ ਉੱਥੇ ਉਸ ਇਨਸਾਨ ਨੂੰ ਦੇਖਿਆ ਜਿਸ ਦਾ ਮੈਨੂੰ ਇੰਤਜ਼ਾਰ ਸੀ। ਮੈਨੂੰ ਆਪਣੀ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਰਮਨ ਮੇਰੇ ਸਾਹਮਣੇ ਖੜਾ ਸੀ। ਮੈਨੂੰ ਆਪਣੀ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ, ਪਰ ਉਹ ਬਰਾਤੀਆਂ ਵਿੱਚ ਖੜਾ ਮੁਸਕਰਾ ਰਿਹਾ ਸੀ। ਰਮਨ ਮੇਰੇ ਸਾਹਮਣੇ ਖੜਾ ਸੀ। ਅਚਾਨਕ ਜਦੋਂ ਉਸ ਦੀ ਮੇਰੇ 'ਤੇ ਨਜ਼ਰ ਪਈ ਤਾਂ ਉਸ ਦਾ ਚਿਹਰਾ ਉਤਰ ਗਿਆ। ਮੇਰੇ ਦਿਲ ਵਿੱਚ ਸਵਾਲ ਸੀ ਕਿ ਜੇ ਉਹ ਜਿਉਂਦਾ ਸੀ ਤਾਂ ਮੈਨੂੰ ਮਿਲਣ ਨਹੀਂ ਆਇਆ, ਨਾ ਹੀ ਕਦੇ ਮੈਨੂੰ ਫੋਨ ਕੀਤਾ। ਮੇਰਾ ਤਾਂ ਉਹੀ ਨੰਬਰ ਸੀ। ਮੌਕਾ ਮਿਲਦੇ ਹੀ ਮੈਂ ਉਸ ਨਾਲ ਗੱਲ ਕੀਤੀ। ਪਹਿਲਾਂ ਜੋ ਸਵਾਲ ਦਿਮਾਗ ਵਿੱਚ ਸੀ ਉਹੀ ਪੁੱਛ ਲਿਆ ਕਿ ਮੌਤ ਦਾ ਝੂਠ ਕਿਉਂ ਬੋਲਿਆ, ਮੇਰੇ ਨਾਲ ਅਜਿਹਾ ਕਿਉਂ ਕੀਤਾ। ਰਮਨ ਕਹਿਣ ਲੱਗਿਆ ਕਿ ਆਪਣਾ ਡਰਾਮਾ ਬੰਦ ਕਰ। ਇੱਕ ਤਾਂ ਮੈਨੂੰ ਉਸ ਹਾਲਾਤ ਵਿੱਚ ਛੱਡ ਕੇ ਚਲੀ ਗਈ ਤੇ ਉੱਪਰੋਂ ਮੈਨੂੰ ਇਹ ਕਸੂਰਵਾਰ ਠਹਿਰਾ ਰਹੀ ਹੈ। ਮੈਨੂੰ ਮੇਰੇ ਘਰਦਿਆਂ ਨੇ ਦੱਸ ਦਿੱਤਾ ਸੀ ਕਿ ਤੂੰ ਹੁਣ ਮੇਰੇ ਵਰਗੇ ਇਨਸਾਨ ਨਾਲ ਨਹੀਂ ਰਹਿਣਾ ਚਾਹੁੰਦੀ, ਜਿਸ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਮੇਰੇ ਘਰਦਿਆਂ ਨੇ ਤੇਰੀਆਂ ਮਿੰਨਤਾਂ ਵੀ ਕੀਤੀਆਂ। ਇਹ ਸੁਣਦੇ ਮੈਨੂੰ ਗੁੱਸਾ ਆ ਗਿਆ, ਕਿਉਂਕਿ ਇਹ ਸਭ ਝੂਠ ਸੀ। ਮੈਂ ਰਮਨ ਨੂੰ ਕਿਹਾ ਜੇ ਇੰਨੇ ਸੱਚੇ ਸੀ ਤਾਂ
ਘਰ ਛੱਡ ਕੇ ਕਿਉਂ ਗਏ? ਤਾਂ ਉਹ ਕਹਿਣ ਲੱਗਾ ਕਿ ਕਿਸੇ ਪੰਡਤ ਨੇ ਦੱਸਿਆ ਸੀ ਕਿ ਮੇਰੀ ਬਿਮਾਰੀ ਇਹ ਘਰ ਛੱਡ ਕੇ ਠੀਕ ਹੋਵੇਗੀ। ਇਹਨਾਂ ਨੂੰ ਮੇਰਾ ਬੇਟਾ ਆ ਗਿਆ। ਤੇ ਰਮਨ ਕਹਿਣ ਲੱਗਿਆ ਕਿ ਤੂੰ ਦੂਜਾ ਵਿਆਹ ਵੀ ਕਰਵਾ ਲਿਆ। ਮੈਂ ਉਸ ਨੂੰ ਦੱਸਿਆ ਕਿ ਤੇਰਾ ਹੀ ਬੇਟਾ ਹੈ। ਰਮਨ ਨੇ ਉਸ ਨੂੰ ਗਲੇ ਲਗਾ ਲਿਆ ਕਿਉਂਕਿ ਉਹ ਰਮਨ ਵਰਗਾ ਹੀ ਦਿਸਦਾ ਸੀ। ਰਮਨ ਸਾਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ, ਪਰ ਮੈਂ ਅਜਿਹਾ ਕੁਝ ਨਹੀਂ ਕਰਨ ਵਾਲੀ ਸੀ ਕਿਉਂਕਿ ਉਸ ਇਨਸਾਨ ਨੇ ਇੱਕ ਵਾਰ ਸੱਚ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਨਾ ਮੈਨੂੰ ਕਦੇ ਫੋਨ ਕੀਤਾ ਸੀ। ਇੱਕ ਵਾਰ ਵੀ ਇਹ ਨਹੀਂ ਦੇਖਣ ਆਇਆ ਕਿ ਮੈਂ ਕਿਸ ਹਾਲਾਤ ਵਿੱਚ ਹਾਂ। ਹੁਣ ਵੀ ਆਪਣੇ ਬੇਟੇ ਖਾਤਰ ਮੈਨੂੰ ਘਰ ਬੁਲਾ ਰਿਹਾ ਸੀ। ਉਸਨੇ ਵੀ ਮੈਨੂੰ ਮਨਹੂਸ ਸਮਝ ਲਿਆ ਸੀ, ਇਸ ਲਈ ਆਪਣੇ ਘਰਦਿਆਂ ਦੀ ਗੱਲ ਮੰਨੀ ਤੇ ਮੈਨੂੰ ਛੱਡ ਦਿੱਤਾ। ਮੇਰਾ ਬੇਟਾ ਵੀ ਆਪਣੇ ਪਿਓ ਦਾ ਸੱਚ ਜਾਣਨ ਤੋਂ ਬਾਅਦ ਉਸ ਨੂੰ ਮਿਲਣ ਲਈ ਤਿਆਰ ਨਹੀਂ ਸੀ। ਆਪਣੀ ਜ਼ਿੰਦਗੀ ਆਪਣੇ ਬੇਟੇ ਦੇ ਸਹਾਰੇ ਗੁਜ਼ਾਰਨੀ ਸੀ।